ਓਮ ਸ਼ਾਂਤੀ। ਅੱਜ ਸੁਣਦੇ ਹਾਂ 2 ਮਾਰਚ 2024 ਦੇ ਬਾਬਾ ਦੀ ਸਾਕਾਰ ਵਾਕ। ਬਾਬਾ ਬੋਲੇ, ਮਿੱਠੇ ਬੱਚੇ, ਇਹ ਨੌਲੇਜ ਬਿਲਕੁਲ ਸ਼ਾਂਤੀ ਦੀ ਹੈ। ਇਸ ਵਿੱਚ ਕੁਝ ਵੀ ਬੋਲਣਾ ਨਹੀਂ, ਸਿਰਫ ਸ਼ਾਂਤੀ ਦੀ ਸਾਗਰ ਬਾਪ ਨੂੰ ਯਾਦ ਕਰਦੇ ਰਹੋ। ਪ੍ਰਸ਼ਨ ਹੈ, ਉੱਨਤੀ ਦਾ ਆਧਾਰ ਕੀ ਹੈ? ਬਾਪ ਦੀਆਂ ਸਿੱਖਿਆਵਾਂ ਨੂੰ ਧਾਰਨ ਕਦੋਂ ਕਰ ਸਕੋਗੇ? ਉੱਨਤੀ ਦਾ ਆਧਾਰ ਕੀ ਹੈ? ਬਾਪ ਦੀਆਂ ਸਿੱਖਿਆਵਾਂ ਨੂੰ ਧਾਰਨ ਕਦੋਂ ਕਰ ਸਕੋਗੇ? ਉੱਤਰ, ਉੱਨਤੀ ਦਾ ਆਧਾਰ ਹੈ ਪਿਆਰ। ਇੱਕ ਬਾਪ ਨਾਲ ਸੱਚਾ ਪਿਆਰ ਚਾਹੀਦਾ ਹੈ। ਨਜ਼ਦੀਕ ਰਹਿੰਦੇ ਵੀ ਜੇਕਰ ਉੱਨਤੀ ਨਹੀਂ ਹੁੰਦੀ ਤਾਂ ਜ਼ਰੂਰ ਪਿਆਰ ਦੀ ਕਮੀ ਹੈ। ਲਵ ਹੋਵੇ ਤਾਂ ਬਾਬਾ ਨੂੰ ਯਾਦ ਜ਼ਰੂਰ ਕਰਨ। ਯਾਦ ਕਰਨ ਨਾਲ ਸਭ ਸਿੱਖਿਆਵਾਂ ਨੂੰ ਧਾਰਨ ਕਰ ਸਕਦੇ ਹੋ। ਉੱਨਤੀ ਦੇ ਲਈ ਆਪਣਾ ਸੱਚਾ ਚਾਰਟ ਰੱਖੋ। ਬਾਪ ਤੋਂ ਕੋਈ ਵੀ ਗੱਲ ਛਪਾਓ ਨਹੀਂ। ਆਤਮ ਅਭਿਮਾਨੀ ਬਣਦੇ ਖੁਦ ਨੂੰ ਸੁਧਾਰਦੇ ਜਾਓ। ਓਮ ਸ਼ਾਂਤੀ। ਬੱਚੇ ਆਪਣੇ ਆਪ ਨੂੰ ਆਤਮਾ ਸਮਝ ਕੇ ਬੈਠੇ ਹੋ। ਬਾਪ ਨੂੰ ਯਾਦ ਕਰਦੇ ਰਹੋ। ਬਾਬਾ ਪੁੱਛਦੇ ਨੇ, ਜਦੋਂ ਕਿੱਥੇ ਸਭਾ ਵਿੱਚ ਭਾਸ਼ਣ ਕਰਦੇ ਹੋ, ਘੜੀ ਆਪਣੇ ਆਪ ਨੂੰ ਪੁੱਛੋ ਕਿ ਆਤਮਾ ਸਮਝ ਕੇ ਬੈਠੇ ਹਾਂ। ਆਤਮਾ ਹੀ ਪੁਨਰ ਜਨਮ ਵਿੱਚ ਆਉਂਦੀ ਹੈ। ਆਪਣੇ ਆਪ ਨੂੰ ਆਤਮਾ ਸਮਝ ਪਰਮਪਿਤਾ ਪਰਮਾਤਮਾ ਨੂੰ ਯਾਦ ਕਰੋ। ਪਰਮਾਤਮਾ ਪਿਤਾ ਨੂੰ ਯਾਦ ਕਰਨ ਨਾਲ ਤੁਹਾਡੇ ਵੀ ਕਰਮ ਵਿਨਾਸ਼ ਹੋਣਗੇ। ਇਸ ਨੂੰ ਯੋਗ ਅਗਨੀ ਕਿਹਾ ਜਾਂਦਾ ਹੈ। ਨਿਰਾਕਾਰ ਬਾਪ ਨਿਰਾਕਾਰੀ ਬੱਚਿਆਂ ਨੂੰ ਕਹਿੰਦੇ ਨੇ, ਮੈਨੂੰ ਯਾਦ ਕਰਨ ਨਾਲ ਤੁਹਾਡੇ ਪਾਪ ਘੱਟ ਜਾਣਗੇ, ਤੁਸੀਂ ਪਾਵਨ ਬਣ ਜਾਓਗੇ। ਫਿਰ ਤੁਸੀਂ ਮੁਕਤੀ, ਜੀਵਨ ਮੁਕਤੀ ਨੂੰ ਪਾਓਗੇ। ਸਭ ਨੂੰ ਮੁਕਤੀ ਤੋਂ ਬਾਅਦ ਜੀਵਨ ਮੁਕਤੀ ਵਿੱਚ ਆਉਣਾ ਜ਼ਰੂਰ ਹੈ। ਘੜੀ ਕਹਿਣਾ ਪਏ ਆਪਣੇ ਆਪ ਨੂੰ ਆਤਮਾ ਨਿਸ਼ਚੈ ਕਰਕੇ ਬੈਠੋ। ਭਾਈਓ ਭੈਣੋ, ਆਪਣੇ ਆਪ ਨੂੰ ਆਤਮਾ ਸਮਝ ਕੇ ਬੈਠੋ। ਬਾਪ ਨੂੰ ਯਾਦ ਕਰੋ। ਇਹ ਫਰਮਾਨ ਬਾਪ ਨੇ ਦਿੱਤਾ ਹੈ। ਇਹ ਹੈ ਯਾਦ ਦੀ ਯਾਤਰਾ। ਬਾਬਾ ਕਹਿੰਦੇ, ਮੇਰੇ ਨਾਲ ਬੁੱਧੀ ਦਾ ਯੋਗ ਲਗਾ ਤਾਂ ਜਨਮ ਜਨਮਾਂਤਰ ਦੀ ਤੁਹਾਡੇ ਪਾਪ ਭਸਮ ਹੋ ਜਾਣਗੇ। ਘੜੀ ਤੁਸੀਂ ਮੈਨੂੰ ਯਾਦ ਕਰਾਓਗੇ, ਸਮਝਾਓਗੇ, ਤਬ ਤਾਂ ਸਮਝੋਗੇ ਕਿ ਆਤਮਾ ਅਵਿਨਾਸ਼ੀ ਹੈ, ਦੇਹ ਵਿਨਾਸ਼ੀ ਹੈ। ਅਵਿਨਾਸ਼ੀ ਆਤਮਾ ਵਿਨਾਸ਼ੀ ਦੇਹ ਧਾਰਨ ਕਰਕੇ ਪਾਟ ਵਜਾ ਕੇ ਇੱਕ ਸਰੀਰ ਛੱਡ ਜਾ ਕੇ ਦੂਜਾ ਲੈਂਦੀ ਹੈ। ਆਤਮਾ ਦਾ ਸਵਧਰਮ ਹੀ ਸ਼ਾਂਤੀ ਹੈ। ਉਹ ਆਪਣੇ ਸਵਧਰਮ ਨੂੰ ਨਹੀਂ ਜਾਣਦੇ। ਹੁਣ ਬਾਪ ਕਹਿੰਦੇ ਨੇ, ਮੁਝੇ ਯਾਦ ਕਰੋ ਤਾਂ ਤੁਹਾਡੇ ਵੀ ਕਰਮ ਵਿਨਾਸ਼ ਹੋਣਗੇ। ਮੂਲ ਗੱਲ ਇਹੀ ਹੈ। ਪਹਿਲੇ ਤੁਸੀਂ ਬੱਚਿਆਂ ਨੂੰ ਇਹੀ ਮਿਹਨਤ ਕਰਨੀ ਹੈ। ਬੇਹੱਦ ਦਾ ਬਾਪ ਆਤਮਾਵਾਂ ਨੂੰ ਕਹਿੰਦੇ ਨੇ, ਇਸ ਵਿੱਚ ਸ਼ਾਸਤਰ ਚੱਕਣ ਦੀ ਗੱਲ ਨਹੀਂ। ਤੁਸੀਂ ਗੀਤਾ ਦਾ ਮਿਸਾਲ ਦਿੰਦੇ ਹੋ। ਕਹਿੰਦੇ ਨੇ, ਤੁਸੀਂ ਗੀਤਾ ਚੱਕਦੇ ਹੋ, ਵੇਦਾਂ ਦਾ ਨਾਮ ਕਿਉਂ ਨਹੀਂ ਲੈਂਦੇ? ਬਾਬਾ ਨੇ ਕਿਹਾ, ਉਹਨਾਂ ਤੋਂ ਪੁੱਛੋ ਵੇਦ ਕਿਸ ਧਰਮ ਦਾ ਸ਼ਾਸਤਰ ਨੇ? ਫਿਰ ਕਹਿੰਦੇ ਨੇ ਆਰਿਆ ਧਰਮ ਦਾ। ਬਾਬਾ ਨੇ ਕਿਹਾ, ਉਹਨਾਂ ਨੂੰ ਪੁੱਛੋ ਆਰਿਆ ਕਿਸ ਨੂੰ ਕਹਿੰਦੇ ਨੇ? ਹੁਣ ਹਿੰਦੂ ਦਾ ਧਰਮ ਹੈ ਨੇ, ਆਦਿ ਸਨਾਤਨ ਹੈ ਦੇਵੀ ਦੇਵਤਾ ਧਰਮ। ਫਿਰ ਆਰਿਆ ਕਿਹੜਾ ਧਰਮ ਹੈ? ਆਰਿਆ ਸਮਾਜੀਆਂ ਦਾ ਧਰਮ ਹੋਵੇਗਾ ਨਾ। ਆਰਿਆ ਧਰਮ ਤਾਂ ਨਾਮ ਹੀ ਨਹੀਂ। ਆਰਿਆ ਧਰਮ ਕਿਸ ਨੇ ਸਥਾਪਨ ਕੀਤਾ? ਤੁਸੀਂ। ਵਾਸਤਵ ਵਿੱਚ ਗੀਤਾ ਨੂੰ ਨਹੀਂ ਉਠਾਣਾ। ਪਹਿਲੀ ਗੱਲ ਇਹੀ ਉਠਾਓ, ਆਪਣੇ ਆਪ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਬਾਪ ਦਾ ਯਾਦ ਨਾਲ ਹੀ ਆਤਮਾ ਸਤੋ ਪ੍ਰਧਾਨ ਬਣੇਗੀ। ਪਹਿਲੇ ਬਾਪ ਦਾ ਪਰਿਚੈ ਦੇਣਾ ਹੈ। ਮਹਿਮਾ ਵੀ ਬਾਪ ਦੀ ਕਰਨੀ ਹੈ। ਇਹ ਤੁਸੀਂ ਉਦੋਂ ਕਹਿ ਸਕੋਗੇ ਜਦੋਂ ਤੁਸੀਂ ਖੁਦ ਬਾਪ ਨੂੰ ਯਾਦ ਕਰਦੇ ਹੋਵੋਗੇ। ਇਸ ਗੱਲ ਵਿੱਚ ਹਾਲੇ ਬੱਚਿਆਂ ਵਿੱਚ ਬੜੀ ਕਮਜ਼ੋਰੀ ਹੈ। ਬਾਬਾ ਹਮੇਸ਼ਾ ਕਹਿੰਦੇ, ਬੱਚੇ ਯਾਦ ਦਾ ਚਾਰਟ ਰੱਖੋ। ਦਿਲ ਤੋਂ ਪੁੱਛੋ, ਅਸੀਂ ਕਿੱਥੋਂ ਤੱਕ ਬਾਬਾ ਨੂੰ ਯਾਦ ਕਰਦੇ ਹਾਂ? ਤੁਸੀਂ ਬੱਚਿਆਂ ਦੇ ਦਿਲ ਦੇ ਅੰਦਰ
ਅਥਾਹ ਖੁਸ਼ੀ ਹੋਣੀ ਚਾਹੀਦੀ ਹੈ। ਅੰਦਰੂਨੀ ਖੁਸ਼ੀ ਹੋਵੇਗੀ ਤਾਂ ਹੀ ਦੂਜਿਆਂ ਨੂੰ ਵੀ ਸਮਝਾਉਣ ਦਾ ਅਸਰ ਹੋਵੇਗਾ। ਪਹਿਲੀ ਮੂਲ ਗੱਲ ਇਹੀ ਕਹਿਣਾ, ਭਾਈਓ ਤੇ ਭੈਣੋ, ਆਪਣੇ ਆਪ ਨੂੰ ਆਤਮਾ ਸਮਝੋ। ਐਵੇਂ ਕੋਈ ਹੋਰ ਸਤਸੰਗ ਵਿੱਚ ਨਹੀਂ ਕਹਿਣਗੇ। ਵਾਸਤਵ ਵਿੱਚ ਸਤਸੰਗ ਕੋਈ ਹੈ ਨਹੀਂ। ਸਤ ਦਾ ਸੰਗ ਇੱਕ ਹੈ, ਬਾਕੀ ਨੇ ਕੁਸੰਗ। ਇੱਥੇ ਬਿਲਕੁਲ ਨਵੀਂ ਗੱਲ ਹੈ। ਵੇਦਾਂ ਤੋਂ ਕੋਈ ਧਰਮ ਸਥਾਪਨ ਨਹੀਂ ਹੋਇਆ। ਅਸੀਂ ਵੇਦਾਂ ਨੂੰ ਕਿਉਂ ਚੱਕੀਏ? ਕੋਈ ਵਿੱਚ ਇਹ ਨੌਲੇਜ ਨਹੀਂ। ਖੁਦ ਹੀ ਕਹਿੰਦੇ ਨੇ ਨੇਤੀ ਨੇਤੀ, ਅਰਥਾਤ ਅਸੀਂ ਨਹੀਂ ਜਾਣਦੇ ਤਾਂ ਨਾਸਤਿਕ ਹੋਏ ਨਾ। ਹੁਣ ਬਾਪ ਖੁਦ ਕਹਿੰਦੇ ਨੇ ਆਸਤਿਕ ਬਣੋ, ਆਪਣੇ ਆਪ ਨੂੰ ਆਤਮਾ ਸਮਝੋ। ਵੇਦ ਉਪਨਿਸ਼ਦ ਢੇਰ ਨੇ। ਇਹ ਗੱਲਾਂ ਗੀਤਾ ਵਿੱਚ ਕੁਝ ਲਿਖੀਆਂ ਹੋਈਆਂ ਨੇ, ਵੇਦਾਂ ਵਿੱਚ ਕੁਝ ਨਹੀਂ ਲਿਖਿਆ। ਹੁਣ ਵੇਦ ਕਿਸ ਧਰਮ ਦਾ ਸ਼ਾਸਤਰ ਨੇ ਇਹ ਨਹੀਂ ਜਾਣਦੇ। ਬਾਪ ਕਹਿੰਦੇ ਨੇ ਆਪਣੇ ਆਪ ਨੂੰ ਆਤਮਾ ਸਮਝ। ਮੁਝ ਬਾਪ ਨੂੰ ਯਾਦ ਕਰੋਗੇ ਤਾਂ ਪਾਵਨ ਬਣ ਜਾਓਗੇ। ਇਸ ਲਈ ਵਰਡ ਦੀ ਹਿਸਟਰੀ ਜੋਗਰਾਫੀ ਨੂੰ ਜਾਣਨਾ ਹੈ। ਤੁਹਾਡਾ ਇਹ ਤ੍ਰਿਮੂਰਤੀ ਗੋਲੇ ਦਾ ਚਿੱਤਰ ਹੈ ਮੁੱਖ। ਇਸ ਵਿੱਚ ਸਭ ਧਰਮ ਆ ਜਾਂਦੇ ਨੇ। ਪਹਿਲੇ ਦੇਵੀ ਦੇਵਤਾ ਧਰਮ। ਬਾਬਾ ਨੇ ਕਿਹਾ ਤ੍ਰਿਮੂਰਤੀ ਗੋਲਾ ਬਣਾ ਕੇ ਦਿੱਲੀ ਦੇ ਵੱਡੇ ਸਥਾਨਾਂ 'ਤੇ, ਮੁੱਖ ਸਥਾਨਾਂ 'ਤੇ ਜਿੱਥੇ ਆਣਾ ਜਾਣਾ ਹੁੰਦਾ ਹੈ ਉੱਥੇ ਲਗਾ ਦੇਣਾ ਚਾਹੀਦਾ ਹੈ। ਟੀਨ ਦੀ ਸ਼ੀਟ 'ਤੇ ਹੋਵੇ, ਭਲੇ ਸੀੜੀ ਦਾ ਚਿੱਤਰ ਹੋਵੇ। ਸੀੜੀ ਵਿੱਚ ਹੋਰ ਧਰਮਾਂ ਦਾ ਗਿਆਨ ਨਹੀਂ ਹੈ। ਸਮਝਾਣਾ ਐਸੇ ਗੱਲ 'ਤੇ ਹੈ। ਮੁੱਖ ਇਹ ਦੋ ਹੀ ਚਿੱਤਰ ਨੇ। ਪਹਿਲਾ ਬਾਪ ਦਾ ਪਰਿਚੈ। ਬਾਪ ਤੋਂ ਵਰਸਾ ਮਿਲਦਾ ਹੈ। ਇਸ ਗੱਲ ਦਾ ਨਿਸ਼ਚੈ ਕਰਾਨ ਬਿਗਰ ਤੁਸੀਂ ਕੁਝ ਵੀ ਸਮਝਾ ਨਹੀਂ ਸਕੋਗੇ। ਇੱਕ ਬਾਪ ਨੂੰ ਨਹੀਂ ਸਮਝਿਆ ਤੇ ਬਾਕੀ ਚਿੱਤਰਾਂ 'ਤੇ ਸਮਝਾਣਾ ਫਾਲਤੂ ਹੋ ਜਾਂਦਾ ਹੈ। ਅਲਫ ਨੂੰ ਸਮਝਣ ਬਿਗਰ ਕੁਝ ਵੀ ਸਮਝਣਗੇ ਵੀ ਨਹੀਂ। ਬਾਪ ਦੇ ਪਰਿਚੈ ਬਿਗਰ ਹੋਰ ਕੋਈ ਗੱਲ ਨਾ ਕਰੋ। ਬੇਖਤ ਦੇ ਬਾਪ ਤੋਂ ਬੇਖਤ ਦਾ ਵਰਸਾ ਮਿਲਦਾ ਹੈ। ਬਾਬਾ ਖਿਆਲ ਕਰਦੇ ਨੇ ਐਨੀ ਸਹਿਜ ਗੱਲ ਵੀ ਕਿਸੇ ਦੀ ਸਮਝ ਵਿੱਚ ਕਿਉਂ ਨਹੀਂ ਆਉਂਦੀ। ਤੁਹਾਡੀ ਆਤਮਾ ਦਾ ਪਿਤਾ ਉਹ ਸ਼ਿਵ ਹੈ, ਉਹਨਾਂ ਤੋਂ ਵਰਸਾ ਮਿਲਦਾ ਹੈ। ਤੁਸੀਂ ਸਭ ਆਪਸ ਵਿੱਚ ਭਾਈ ਹੋ। ਜਦੋਂ ਇਸ ਗੱਲ ਨੂੰ ਭੁੱਲ ਜਾਂਦੇ ਹੋ ਤਾਂ ਤਮੋ ਪ੍ਰਧਾਨ ਬਣ ਜਾਂਦੇ ਹੋ। ਹੁਣ ਬਾਪ ਨੂੰ ਯਾਦ ਕਰੋ ਤਾਂ ਸਤੋ ਪ੍ਰਧਾਨ ਬਣ ਜਾਓਗੇ। ਮੂਲ ਗੱਲ ਹੈ ਰਚਤਾ ਤੇ ਰਚਨਾ ਨੂੰ ਜਾਣਨਾ। ਹੋਰ ਕੋਈ ਜਾਣਦੇ ਨਹੀਂ, ਰਿਸ਼ੀ ਮੁਨੀ ਵੀ ਨਹੀਂ ਜਾਣਦੇ ਸੀ। ਤਾਂ ਪਹਿਲੇ ਬਾਪ ਦਾ ਪਰਿਚੈ ਦੇ ਕੇ ਸਭ ਨੂੰ ਆਸਤਿਕ ਬਣਾਉਣਾ ਹੈ। ਬਾਪ ਕਹਿੰਦੇ ਨੇ ਮੈਨੂੰ ਜਾਣਨ ਨਾਲ ਤੁਸੀਂ ਸਭ ਕੁਝ ਜਾਣ ਜਾਓਗੇ। ਮੈਨੂੰ ਨਹੀਂ ਜਾਣਿਆ ਕੁਝ ਨਹੀਂ ਸਮਝੋਗੇ। ਮੁਫਤ ਵਿੱਚ ਤੁਸੀਂ ਆਪਣਾ ਟਾਈਮ ਵੇਸਟ ਕਰਦੇ ਹੋ। ਚਿੱਤਰ ਆਦਿ ਜੋ ਵੀ ਬਣੇ ਨੇ ਡਰਾਮਾ ਅਨੁਸਾਰ ਬਣੇ ਹੋਏ ਨੇ, ਉਹ ਠੀਕ ਨੇ, ਪਰ ਤੁਸੀਂ ਇੰਨੀ ਮਿਹਨਤ ਕਰਦੇ ਹੋ ਫਿਰ ਵੀ ਕਿਸੇ ਦੀ ਬੁੱਧੀ ਵਿੱਚ ਨਹੀਂ ਬੈਠਦਾ। ਬੱਚੇ ਕਹਿੰਦੇ ਬਾਬਾ ਕੀ ਸਾਡੇ ਸਮਝਾਉਣ 'ਚ ਕੋਈ ਭੁੱਲ ਹੈ? ਬਾਬਾ ਫਟ ਕਹਿੰਦੇ ਹਾਂ ਭੁੱਲ ਹੈ। ਅਲਫ ਨੂੰ ਸਮਝਿਆ ਹੀ ਨਹੀਂ ਤਾਂ ਫਟ ਤੋਂ ਰਵਾਨਾ ਕਰ ਦਿਓ। ਬੋਲੋ ਜਦੋਂ ਤੱਕ ਬਾਪ ਨੂੰ ਨਹੀਂ ਜਾਣਿਆ ਤੁਹਾਡੀ ਬੁੱਧੀ ਵਿੱਚ ਬੈਠ ਨਹੀਂ ਸਕਦਾ। ਜਦੋਂ ਤੱਕ ਤੁਸੀਂ ਦੇਹੀ ਅਭਿਮਾਨੀ ਅਵਸਥਾ ਵਿੱਚ ਨਹੀਂ ਰਹੋਗੇ, ਅੱਖਾਂ ਕ੍ਰਿਮੀਨਲ ਰਹਿੰਦੀਆਂ ਨੇ। ਸਿਵਲ ਉਦੋਂ ਬਣਨਗੀਆਂ ਜਦੋਂ ਆਪਣੇ ਆਪ ਨੂੰ ਆਤਮਾ ਸਮਝੋਗੇ। ਦੇਹੀ ਅਭਿਮਾਨੀ ਹੋਊਗੀ ਫਿਰ ਤੁਹਾਨੂੰ ਅੱਖਾਂ ਧੋਖਾ ਨਹੀਂ ਦੇਣਗੀਆਂ। ਦੇਹੀ ਅਭਿਮਾਨੀ ਨਹੀਂ ਤਾਂ ਮਾਇਆ ਧੋਖਾ ਦਿੰਦੀ ਰਹਿੰਦੀ ਹੈ। ਤਾਂ ਪਹਿਲੇ ਆਤਮ ਅਭਿਮਾਨੀ ਬਣਨਾ ਹੈ। ਬਾਬਾ ਕਹਿਣ ਬੱਚੇ ਆਪਣਾ ਚਾਰਟ ਦਿਖਾਓ ਤਾਂ ਪਤਾ ਲੱਗੇਗਾ। ਜੇਕਰ ਹੁਣ ਤੱਕ ਵੀ ਪਾਪ ਝੂਠ ਗੁੱਸਾ ਹੈ ਤਾਂ ਆਪਣੀ ਹੀ ਸਤਿਅੰ ਨਾਸ ਕਰਦੇ ਹੋ। ਬਾਬਾ ਚਾਰਟ ਦੇਖ ਕੇ ਸਮਝ ਜਾਂਦੇ ਨੇ ਇਹ ਸੱਤ ਲਿਖਿਆ ਹੈ
ਜਾਂ ਅਰਥ ਸਮਝਿਆ ਹੀ ਨਹੀਂ। ਸਭ ਬੱਚਿਆਂ ਨੂੰ ਬਾਬਾ ਕਹਿੰਦੇ ਨੇ ਚਾਰਟ ਰੱਖੋ। ਜੋ ਬੱਚੇ ਯੋਗ ਵਿੱਚ ਨਹੀਂ ਰਹਿੰਦੇ ਉਹ ਸਰਵਿਸ ਵੀ ਨਹੀਂ ਕਰ ਸਕਦੇ, ਜੋਹਰ ਭਰਦਾ ਹੀ ਨਹੀਂ। ਦੂਜਿਆਂ ਨੂੰ ਫਿਰ ਕਿਵੇਂ ਕਹੋਗੇ? ਸੰਨਿਆਸੀ ਕਹਿੰਦੇ ਨੇ ਸੁੱਖ ਕਾਗ ਵਿਸ਼ਟਾ ਸਮਾਨ ਹੈ। ਉਹ ਸੁੱਖ ਦਾ ਨਾਮ ਲੈਂਦੇ ਨਹੀਂ। ਤੁਸੀਂ ਜਾਣਦੇ ਹੋ ਭਗਤੀ ਅਥਾਹ ਹੈ, ਉਸ ਵਿੱਚ ਵੀ ਕਿੰਨੀ ਆਵਾਜ਼ ਹੈ। ਤੁਹਾਡੀ ਨੌਲੇਜ ਵਿੱਚ ਬੜੀ ਸ਼ਾਂਤੀ ਹੈ। ਬੋਲੋ, ਸ਼ਾਂਤੀ ਦਾ ਸਾਗਰ ਇੱਕ ਬਾਪ ਹੈ। ਆਪਣੇ ਆਪ ਨੂੰ ਆਤਮਾ ਸਮਝ ਉਸ ਬਾਪ ਨੂੰ ਯਾਦ ਕਰੋ। ਬਾਪ ਕਹਿੰਦੇ ਨੇ ਮਨ ਮਨਾ ਭਵ। ਇਹ ਅਕਸ਼ਰ ਨਾ ਕਹੋ। ਹਿੰਦੁਸਤਾਨ ਦੀ ਹੈ ਹਿੰਦੀ ਭਾਸ਼ਾ, ਫਿਰ ਸੰਸਕ੍ਰਿਤ ਦੂਜੀ ਭਾਸ਼ਾ ਕਿਉਂ? ਇਹਨਾਂ ਸਾਰੀਆਂ ਭਾਸ਼ਾਵਾਂ ਨੂੰ ਛੱਡ ਦਿਓ। ਪਹਿਲੇ ਤੁਸੀਂ ਭਾਸ਼ਣ ਕਰੋ। ਆਪਣੇ ਆਪ ਨੂੰ ਆਤਮਾ ਸਮਝੋ। ਬਹੁਤ ਨੇ ਜੋ ਆਪਣੇ ਆਪ ਨੂੰ ਆਤਮਾ ਨਹੀਂ ਸਮਝਦੇ, ਯਾਦ ਨਹੀਂ ਕਰ ਸਕਦੇ, ਆਪਣੇ ਘਾਟੇ ਨੂੰ ਵੀ ਸਮਝ ਨਹੀਂ ਸਕਦੇ। ਕਲਿਆਣ ਹੈ ਬਾਬਾ ਦੀ ਯਾਦ ਵਿੱਚ। ਹੋਰ ਕੋਈ ਸਤਸੰਗ ਵਿੱਚ ਐਵੇਂ ਨਹੀਂ ਕਹਾਂਗੇ ਕਿ ਆਪਣੇ ਆਪ ਨੂੰ ਆਤਮਾ ਸਮਝ, ਬਾਪ ਨੂੰ ਯਾਦ ਕਰੋ। ਬੱਚੇ ਕਦੇ ਬਾਪ ਨੂੰ ਇੱਕ ਜਗ੍ਹਾ ਬੈਠ ਕੇ ਯਾਦ ਨਹੀਂ ਕਰਦੇ, ਉੱਠਦੇ ਬੈਠਦੇ ਸਦਾ ਬਾਬਾ ਦੀ ਯਾਦ ਹੈ ਹੀ। ਯੋਗ ਅਗਨੀ ਨਾਲ ਤੁਸੀਂ ਪਾਵਨ ਬਣ ਜਾਓਗੇ। ਆਤਮ ਅਭਿਮਾਨੀ ਬਣਨ ਦੀ ਬਹੁਤ ਪ੍ਰੈਕਟਿਸ ਕਰਨੀ ਹੈ। ਤੁਸੀਂ ਬੋਲਦੇ ਬਹੁਤ ਹੋ, ਇੰਨਾ ਬੋਲਣਾ ਨਹੀਂ ਚਾਹੀਦਾ। ਮੂਲ ਗੱਲ ਹੈ ਯਾਦ ਦੀ ਯਾਤਰਾ ਦੀ। ਯੋਗ ਅਗਨੀ ਨਾਲ ਤੁਸੀਂ ਪਾਵਨ ਬਣੋਗੇ। ਇਸ ਸਮੇਂ ਸਭ ਦੁਖੀ ਨੇ। ਸੁੱਖ ਮਿਲਦਾ ਹੈ ਪਾਵਨ ਬਣਨ ਨਾਲ। ਜਦੋਂ ਤੁਸੀਂ ਆਤਮ ਅਭਿਮਾਨੀ ਬਣ ਕੇ ਕਿਸੇ ਨੂੰ ਵੀ ਸਮਝਾਓਗੇ ਤਾਂ ਤੀਰ ਲੱਗੇਗਾ। ਖੁਦ ਵਿਕਾਰੀ ਨੇ ਤਾਂ ਕਿਸੇ ਨੂੰ ਕਿਵੇਂ ਕਹੋਗੇ ਨਿਰਵਿਕਾਰੀ ਬਣੋ? ਉਹਨਾਂ ਨੂੰ ਤੀਰ ਨਹੀਂ ਲੱਗੇਗਾ। ਬਾਪ ਕਹਿੰਦੇ ਬੱਚੇ ਤੁਸੀਂ ਖੁਦ ਯਾਦ ਦੀ ਯਾਤਰਾ ਤੇ ਨਹੀਂ ਰਹਿੰਦੇ, ਇਸ ਲਈ ਤੀਰ ਨਹੀਂ ਲੱਗਦਾ। ਹੁਣ ਬਾਪ ਕਹਿੰਦੇ ਬੀਤੀ ਸੋ ਬੀਤੀ। ਪਹਿਲੇ ਆਪਣੇ ਆਪ ਨੂੰ ਸੁਧਾਰੋ। ਆਪਣੀ ਦਿਲ ਤੋਂ ਪੁੱਛੋ, ਅਸੀਂ ਆਤਮਾ ਸਮਝ ਕੇ ਬਾਬਾ ਨੂੰ ਕਿੰਨਾ ਸਮਾਂ ਯਾਦ ਕਰਦੇ ਹਾਂ? ਜੋ ਬਾਬਾ ਸਾਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਨੇ, ਅਸੀਂ ਸ਼ਿਵ ਬਾਬਾ ਦੇ ਬੱਚੇ ਹਾਂ। ਜ਼ਰੂਰ ਸਾਨੂੰ ਵਿਸ਼ਵ ਦਾ ਮਾਲਿਕ ਬਣਨਾ ਹੈ। ਉਹ ਇੱਕ ਮਾਸ਼ੂਕ ਆ ਕੇ ਤੁਹਾਡੇ ਸਾਹਮਣੇ ਖੜਾ ਹੈ। ਉਹਨਾਂ ਦੇ ਨਾਲ ਕਿੰਨਾ ਲਵ ਹੋਣਾ ਚਾਹੀਦਾ ਹੈ। ਲਵ ਮਾਨਾ ਯਾਦ। ਸ਼ਾਦੀ ਹੁੰਦੀ ਹੈ ਤਾਂ ਇਸਤਰੀ ਦਾ ਪਤੀ ਦੇ ਨਾਲ ਕਿੰਨਾ ਲਵ ਹੁੰਦਾ ਹੈ। ਤੁਹਾਡੀ ਵੀ ਸਗਾਈ ਹੋਈ ਹੈ, ਸ਼ਾਦੀ ਨਹੀਂ ਹੋਈ। ਉਹ ਤਾਂ ਜਦੋਂ ਤੁਸੀਂ ਵਿਸ਼ਨੂਪੁਰੀ ਵਿੱਚ ਜਾਓਗੇ, ਪਹਿਲੇ ਸ਼ਿਵ ਬਾਬਾ ਕੋਲ ਜਾਓਗੇ, ਫਿਰ ਸਸੁਰਾਲ ਘਰ ਜਾਓਗੇ। ਸਗਾਈ ਦੀ ਵੀ ਖੁਸ਼ੀ ਘੱਟ ਹੈ ਕਿ ਸਗਾਈ ਹੋਈ ਤਾਂ ਵੀ ਯਾਦ ਪੱਕੀ ਹੋਈ। ਸਾਜੂਗ ਵਿੱਚ ਸਗਾਈ ਹੁੰਦੀ ਹੈ, ਪਰੰਤੂ ਉੱਥੇ ਸਗਾਈ ਕਦੇ ਟੁੱਟਦੀ ਨਹੀਂ। ਅਕਾਲੇ ਮ੍ਰਿਤਿੂ ਕਦੇ ਹੁੰਦੀ ਨਹੀਂ। ਇੱਥੇ ਸਭ ਕੁਝ ਹੁੰਦਾ ਹੈ। ਤੁਸੀਂ ਬੱਚਿਆਂ ਨੂੰ ਗ੍ਰਸਤ ਵਿਵਹਾਰ ਵਿੱਚ ਰਹਿੰਦੇ ਪਵਿੱਤਰ ਬਣਨਾ ਹੈ। ਭਲੇ ਬਹੁਤ ਨਜ਼ਦੀਕ ਵੀ ਰਹਿੰਦੇ ਨੇ, ਫਿਰ ਵੀ ਉੱਨਤੀ ਨਹੀਂ ਹੁੰਦੀ। ਜੋ ਉਸ ਲਵ ਨਾਲ ਆਉਂਦੇ ਨੇ ਉਹਨਾਂ ਦੀ ਬੜੀ ਉੱਨਤੀ ਹੁੰਦੀ ਹੈ। ਯਾਦ ਨਹੀਂ ਤਾਂ ਲਵ ਵੀ ਨਹੀਂ ਰਹਿੰਦਾ। ਉਹਨਾਂ ਦੀ ਸਿੱਖਿਆਵਾਂ ਨੂੰ ਧਾਰਨ ਵੀ ਨਹੀਂ ਕਰ ਸਕਦੇ। ਭਗਵਾਨੋ ਆਵਾਜ਼ ਤੁਸੀਂ ਬੱਚੇ ਸਭ ਨੂੰ ਪੈਗਾਮ ਦਿਓ। ਕਾਮ ਮਹਾ ਸ਼ਤਰੂ ਹੈ ਜੋ ਆਦਿ ਮੱਧ ਅੰਤ ਦੁੱਖ ਦਿੰਦਾ ਹੈ। ਤੁਸੀਂ ਜਦੋਂ ਪਵਿੱਤਰ ਸਾਜੁਗ ਦੇ ਮਾਲਿਕ ਸੀ, ਹੁਣ ਤੁਸੀਂ ਗਿਰ ਕੇ ਗੰਦੇ ਬਣ ਗਏ ਹੋ। ਉਹਨੇ ਅੰਤਿਮ ਜਨਮ ਹੈ, ਫਿਰ ਤੋਂ ਤੁਸੀਂ ਪਵਿੱਤਰ ਬਣੋ। ਕਾਮ ਚਿਤਾ ਤੇ ਬੈਠਣ ਦਾ ਹਥਿਆਲਾ ਕੈਂਸਲ ਕਰੋ। ਤੁਸੀਂ ਬੱਚੇ ਯੋਗ ਵਿੱਚ ਬੋਲੋਗੇ ਤਾਂ ਕਿਸੇ ਦੀ ਬੁੱਧੀ ਵਿੱਚ ਬੈਠੇਗਾ। ਗਿਆਨ ਤਲਵਾਰ ਵਿੱਚ ਯੋਗ ਦਾ ਜੋਹਰ ਚਾਹੀਦਾ ਹੈ।
ਪਹਿਲੀ ਮੁੱਖ ਗੱਲ ਇੱਕ ਹੈ। ਬੱਚੇ ਕਹਿੰਦੇ, ਬਾਬਾ ਅਸੀਂ ਬਹੁਤ ਮਿਹਨਤ ਕਰਦੇ ਹਾਂ, ਤਾਂ ਵੀ ਮੁਸ਼ਕਿਲ ਕੋਈ ਨਿਕਲਦਾ ਹੈ। ਬਾਬਾ ਕਹਿੰਦੇ, ਯੋਗ ਵਿੱਚ ਰਹਿ ਕੇ ਸਮਝਾਓ, ਯਾਦ ਦੀ ਯਾਤਰਾ ਦੀ ਮਿਹਨਤ ਕਰੋ। ਰਾਵਣ ਤੋਂ ਹਾਰ ਕੇ ਵਿਕਾਰੀ ਬਣੇ ਹੋ, ਹੁਣ ਨਿਰਵਿਕਾਰੀ ਬਣੋ। ਬਾਬਾ ਦੀ ਯਾਦ ਨਾਲ ਤੁਹਾਡੀਆਂ ਸਾਰੀ ਮਨੋਕਾਮਨਾਵਾਂ ਪੂਰੀਆਂ ਹੋ ਜਾਣਗੀਆਂ। ਬਾਬਾ ਸਵਰਗ ਦਾ ਮਾਲਿਕ ਬਣਾਉਂਦੇ ਨੇ। ਬਾਬਾ ਡਾਇਰੈਕਸ਼ਨ ਬਹੁਤ ਦਿੰਦੇ, ਪਰ ਬੱਚੇ ਚੰਗੀ ਤਰ੍ਹਾਂ ਕੈਚ ਹੀ ਨਹੀਂ ਕਰਦੇ, ਹੋਰ ਗੱਲਾਂ ਵਿੱਚ ਚਲੇ ਜਾਂਦੇ ਨੇ। ਮੁੱਖ ਤਾਂ ਪਾਪ ਦਾ ਪੈਗਾਮ ਦੋ, ਪਰ ਖੁਦ ਯਾਦ ਨਹੀਂ ਕਰੋਗੇ ਤਾਂ ਦੂਜਿਆਂ ਨੂੰ ਕਿਵੇਂ ਕਹੋਗੇ? ਇਹ ਠੱਗੀ ਇੱਥੇ ਚੱਲ ਨਾ ਸਕੇ। ਦੂਜਿਆਂ ਨੂੰ ਕਹੋ ਵਿਕਾਰ ਵਿੱਚ ਨਾ ਜਾਓ, ਖੁਦ ਜਾਓ ਤਾਂ ਜ਼ਰੂਰ ਦਿਲ ਖਾਵੇਗੀ ਨਾ। ਅਜਿਹੇ ਵੀ ਠੱਗ ਨੇ। ਇਸ ਲਈ ਬਾਬਾ ਕਹਿੰਦੇ ਨੇ, ਮੂਲ ਗੱਲ ਹੈ ਅਲਫ। ਅਲਫ ਨੂੰ ਜਾਣਨ ਨਾਲ ਤੁਸੀਂ ਸਭ ਕੁਝ ਜਾਣ ਜਾਓਗੇ। ਅਲਫ ਨੂੰ ਨਾ ਜਾਣਿਆ ਤਾਂ ਕੁਝ ਵੀ ਸਮਝੋਗੇ ਵੀ ਨਹੀਂ। ਅੱਛਾ, ਮਿੱਠੇ ਮਿੱਠੇ ਸਿੱਕਿਲਾ ਦੇ ਬੱਚਿਆਂ ਪ੍ਰਤੀ ਮਾਤਾ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ। ਪਹਿਲੀ ਧਾਰਨਾ ਹੈ, ਅੰਦਰੂਨੀ ਬਾਪ ਦੇ ਲਈ ਯਾਦ ਦੀ ਖੁਸ਼ੀ ਵਿੱਚ ਰਹਿ ਕੇ ਦੂਜਿਆਂ ਨੂੰ ਵੀ ਬਾਪ ਦਾ ਪਰਿਚੈ ਦੇਣਾ ਹੈ। ਸਭ ਨੂੰ ਇੱਕ ਬਾਪ ਦੀ ਮਹਿਮਾ ਸੁਣਾਣੀ ਹੈ। ਦੂਜਾ, ਆਤਮ ਅਭਿਮਾਨੀ ਬਣਨ ਦੀ ਪ੍ਰੈਕਟਿਸ ਕਰਨੀ ਹੈ। ਬਹੁਤ ਬੋਲਣਾ ਨਹੀਂ ਹੈ। ਬੀਤੀ ਸੋ ਬੀਤੀ ਕਰ ਪਹਿਲੇ ਖੁਦ ਨੂੰ ਸੁਧਾਰਨਾ ਹੈ। ਯਾਦ ਦੀ ਯਾਤਰਾ ਦਾ ਸੱਚਾ ਚਾਰਟ ਰੱਖਣਾ ਹੈ। ਵਰਦਾਨ ਹੈ, ਬ੍ਰਾਹਮਣ ਜੀਵਨ ਵਿੱਚ ਵੈਰਾਈਟੀ ਅਨੁਭੂਤੀਆਂ ਦੁਆਰਾ ਰਮਣੀਕਤਾ ਦਾ ਅਨੁਭਵ ਕਰਨ ਵਾਲੇ ਸੰਪੰਨ ਆਤਮਾ ਭਵ। ਬ੍ਰਾਹਮਣ ਜੀਵਨ ਵਿੱਚ ਵੈਰਾਈਟੀ ਅਨੁਭੂਤੀਆਂ ਦੁਆਰਾ ਰਮਣੀਕਤਾ ਦਾ ਅਨੁਭਵ ਕਰਨ ਵਾਲੇ ਸੰਪੰਨ ਆਤਮਾ ਭਵ। ਜੀਵਨ ਵਿੱਚ ਹਰ ਮਨੁੱਖ ਆਤਮਾ ਦੀ ਪਸੰਦਗੀ ਵੈਰਾਈਟੀ ਹੈ। ਸਾਰੇ ਦਿਨ ਵਿੱਚ ਵੱਖ-ਵੱਖ ਸੰਬੰਧ, ਵੱਖ-ਵੱਖ ਸਵਰੂਪ ਦਾ ਵੈਰਾਈਟੀ ਅਨੁਭਵ ਕਰੋ ਤਾਂ ਬਹੁਤ ਰਮਣੀਕ ਜੀਵਨ ਦਾ ਅਨੁਭਵ ਕਰੋਗੇ। ਬ੍ਰਾਹਮਣ ਜੀਵਨ ਭਗਵਾਨ ਤੋਂ ਸਰਵ ਸੰਬੰਧ ਅਨੁਭਵ ਕਰਨ ਵਾਲੀ ਸੰਪੰਨ ਜੀਵਨ ਹੈ। ਇਸ ਲਈ ਇੱਕ ਵੀ ਸੰਬੰਧ ਦੀ ਕਮੀ ਨਾ ਕਰਨਾ। ਜੇਕਰ ਕੋਈ ਛੋਟਾ ਜਾਂ ਹਲਕਾ ਆਤਮਾ ਦਾ ਸੰਬੰਧ ਮਿਕਸ ਹੋ ਗਿਆ ਤਾਂ ਸਰਵ ਸ਼ਬਦ ਖਤਮ ਹੋ ਜਾਵੇਗਾ। ਜਿੱਥੇ ਸਰਵ ਹੈ ਉੱਥੇ ਸੰਪੰਨਤਾ ਹੈ। ਸਲੋਗਨ ਹੈ, ਬਾਪ ਸਮਾਨ। ਅਵਿਅਕਤ ਰੂਪਧਾਰੀ ਬਣ ਪ੍ਰਕਿਰਤੀ ਦੇ ਹਰ ਦ੍ਰਿਸ਼ ਨੂੰ ਦੇਖੋ ਤਾਂ ਹਲਚਲ ਵਿੱਚ ਨਹੀਂ ਆਓਗੇ। ਬਾਪ ਸਮਾਨ ਅਵਿਅਕਤ ਰੂਪਧਾਰੀ ਬਣ ਪ੍ਰਕਿਰਤੀ ਦੇ ਹਰ ਦ੍ਰਿਸ਼ ਨੂੰ ਦੇਖੋ ਤਾਂ ਹਲਚਲ ਵਿੱਚ ਨਹੀਂ ਆਓਗੇ। ਓਮ ਸ਼ਾਂਤੀ।